ਸਤਿਕਾਰਯੋਗ ਭਾਈ ਸਾਹਿਬ ਹੋਣਾ ਨੇ ਕੁਝ ਸ਼ਬਦ ਤੁਹਾਨੂੰ ਵੀਰ ਰਸ ਦੇ ਸਰਵਣ ਕਰਵਾਏ ਨੇ ਤੇ ਕੁਝ ਸ਼ਬਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਦੇ ਵਿੱਚ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ ਨੇ, ਉਹਨਾਂ ਅੰਮ੍ਰਿਤ ਬੋਲਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ। ਅੱਜ ਸਾਰੇ ਅਸੀਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ ਗੁਣਾਂ ਦੇ ਸ਼ਹਾਦਤ ਨੂੰ ਮੁੱਖ ਰੱਖ ਕੇ ਜੋ ਧੁਰੋਂ ਆਈ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ, ਉਹਨਾਂ ਦੇ ਭੋਗ ਤੋਂ ਉਪਰੰਤ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਸੁਭਾਇਮਾਨ ਹੋਇਆ। ਗੁਰੂ ਘਰ ਦੇ ਵਿੱਚ ਜਦੋਂ ਆਪਾਂ ਗੁਰੂ ਕਾਲ ਦਾ ਇਤਿਹਾਸ ਪੜ੍ਹਦੇ ਹਾਂ ਤੇ ਸ਼ਹਾਦਤ ਦਾ ਜਿਹੜਾ ਸੰਕਲਪ ਹੈ, ਇਹ ਸ਼ਹਾਦਤ ਦਾ ਸੰਕਲਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਆਰੰਭ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ 2 ਵਾਰ ਸ਼ਬਦ ਸ਼ਹੀਦ ਵਰਤਿਆ ਗਿਆ ਹੈ। ਕੇਵਲ 2 ਵਾਰ ਸ਼ਹੀਦ ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਹੁੰਦੀ ਹੈ। ਇੱਕ ਸ਼ਬਦ ਵਰਤਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੇ ਦੂਜਾ ਸ਼ਬਦ ਵਰਤਿਆ ਭਗਤ ਰਵਿਦਾਸ ਸਾਹਿਬ ਜੀ ਨੇ। ਇਹ ਸ਼ਹੀਦ ਸ਼ਬਦ ਜਿਹੜਾ ਜਦੋਂ ਆਪਾਂ ਇਹਦੇ ਪਿਛੋਕੜ ਦੇ ਬਾਰੇ ਜਾਣਦੇ ਹਾਂ ਕਿ ਇਹਦੀ ਜੜ ਕੀ ਹੈ, ਇਹਦਾ ਧਾਤੂ ਕੀ ਹੈ, ਇਹਦਾ ਅਰਥ ਕੀ ਹੈ, ਤੇ ਵਿਦਵਾਨਾਂ ਨੇ ਇਸ ਸ਼ਬਦ ਨੂੰ ਅਰਬੀ ਭਾਸ਼ਾ ਦਾ ਸ਼ਬਦ ਮੰਨਿਆ। ਅਸਲ ਦੇ ਵਿੱਚ ਇਹ ਸ਼ਬਦ ਤੋਂ ਸਾਹਦ ਤੋਂ ਬਣਿਆ। ਇਹਦਾ ਜਿਹੜਾ ਆਪਾਂ ਰੂਪ ਪੜ੍ਹਦੇ ਹਾਂ, ਇਹ ਸ਼ਹਾਦਤ ਸ਼ਹੀਦੀ, ਇਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਗਵਾਹੀ ਦੇਣ ਵਾਲਾ, ਜਿਹੜਾ ਕਿਸੇ ਉੱਚ ਆਦਰਸ਼ ਦੇ ਵਾਸਤੇ ਕੁਰਬਾਨ ਹੋ ਜਾਂਦਾ ਹੈ ਤੇ ਸਮੂਹ ਸੰਸਾਰ ਦੇ ਲੋਕਾਂ ਨੂੰ ਇੱਕ ਸੇਧ ਦਿੰਦਾ ਹੈ, ਇੱਕ ਅਗਵਾਈ ਦਿੰਦਾ ਹੈ। ਹੁਣ ਆਪਾਂ ਦੇਖਣਾ ਇਹ ਹੈ ਕਿ ਗੁਰੂ ਘਰ ਦੇ ਵਿੱਚ ਇਸ ਸ਼ਹਾਦਤ ਦੇ ਸੰਕਲਪ ਤੋਂ ਪਹਿਲਾਂ ਇਸ ਸੰਸਾਰ ਦੇ ਅੰਦਰ ਇਸ ਸ਼ਹੀਦ ਸ਼ਬਦ ਦੀ ਵਰਤੋਂ ਜਾਂ ਸ਼ਹੀਦ ਜਿਹੜੇ ਹੁੰਦੇ ਸਨ, ਸ਼ਹਾਦਤਾਂ ਜਿਹੜੀਆਂ ਹੁੰਦੀਆਂ ਸਨ, ਉਹ ਅਨਮਤਾਂ ਦੇ ਵਿੱਚ ਕਿਵੇਂ ਹੁੰਦੀਆਂ ਰਹੀਆਂ। ਇੱਕ ਗੱਲ ਸਪਸ਼ਟ ਹੈ ਕਿ ਇੱਕ ਧਰਮ ਹੈ ਜੈਨ ਧਰਮ, ਇੱਕ ਧਰਮ ਹੈ ਬੁੱਧ ਧਰਮ। ਬੁੱਧ ਧਰਮ ਤੇ ਜੈਨ ਧਰਮ ਦੇ ਅੰਦਰ, ਕਿਉਂਕਿ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਉਹ ਫਿਲਾਸਫੀ ਹੈ ਅਹਿੰਸਾ ਪਰਮੋ ਧਰਮਾ। ਉੱਥੇ ਹਿੰਸਾ ਨੂੰ ਕੋਈ ਥਾਂ ਨਹੀਂ। ਉਹ ਅਹਿੰਸਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਦੋਵੇਂ ਧਰਮ। ਉਹਨਾਂ ਦੋਵਾਂ ਧਰਮਾਂ ਦੇ ਵਿੱਚ ਕੋਈ ਵੀ ਐਸੀ ਸ਼ਹਾਦਤ ਨਹੀਂ ਵਰਤੀ ਗਈ ਜਿਸ ਸ਼ਹਾਦਤ ਦਾ ਜ਼ਿਕਰ ਉਹਨਾਂ ਧਰਮਾਂ ਦੇ ਵਿੱਚ ਸਾਨੂੰ ਪੜ੍ਹਨ ਵਾਸਤੇ ਮਿਲੇ। ਜਦੋਂ ਆਪਾਂ ਈਸਾਈ ਧਰਮ ਵੱਲ ਦੇਖਦੇ ਹਾਂ ਤੇ ਈਸਾਈ ਧਰਮ ਦੀ ਸਭ ਤੋਂ ਪਹਿਲੀ ਸ਼ਹਾਦਤ ਜਿਹੜੀ ਹੈ ਉਹ ਈਸਾ ਮਸੀਹ ਤੋਂ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਇਸਲਾਮ ਦੀ ਅਸੀਂ ਗੱਲ ਕਰਦੇ ਹਾਂ ਤੇ ਇਸਲਾਮ ਧਰਮ ਦੇ ਵਿੱਚ ਇਸ ਸ਼ਹਾਦਤ ਦੇ ਸੰਕਲਪ ਦੀ ਬੜੀ ਲੰਬੀ ਵਿਆਖਿਆ ਕੀਤੀ ਗਈ ਹੈ ਤੇ ਉਸ ਧਰਮ ਦੇ ਵਿੱਚ ਇਹ ਸ਼ਹਾਦਤਾਂ ਦੀ ਲੜੀ ਬੜੀ ਲੰਬੀ ਹੈ। ਇਸਲਾਮ ਦੀ ਫਿਲਾਸਫੀ ਦੇ ਅਨੁਸਾਰ ਜਿਹੜਾ ਸ਼ਹੀਦ ਹੋ ਜਾਂਦਾ ਹੈ ਉਹਨੇ ਕਹਿੰਦੇ ਨੇ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ, ਉਹਨੂੰ ਖੁਦਾ ਦੀ ਦਰਗਾਹ ਦੇ ਵਿੱਚ ਥਾਂ ਮਿਲਦਾ ਹੈ। ਇੱਥੋਂ ਤੱਕ ਲਿਖਿਆ ਮਿਲਦਾ ਹੈ ਕਿ ਉਹ ਜਿਹੜਾ ਸ਼ਹੀਦ ਜਿਸ ਕੁਲ ਦੇ ਵਿੱਚ ਪੈਦਾ ਹੋਇਆ ਉਸ ਕੁਲ ਦੇ 72 ਲੋਕਾਂ ਨੂੰ
ਉਹ ਗੁਨਾਹਾਂ ਤੋਂ ਮਾਫੀ ਦਿਵਾ ਸਕਦਾ ਹੈ। ਇਸਲਾਮ ਧਰਮ ਦੇ ਜੋ ਆਪਾਂ ਅਸੂਲ ਪੜ੍ਹਦੇ ਹਾਂ ਕਿ ਉਸ ਪ੍ਰਭੂ ਦੇ ਦਰਬਾਰ ਵਿੱਚ ਬਹਿਸ਼ਤ ਦੇ ਵਿੱਚ ਜਿਹੜਾ ਕੋਈ ਪ੍ਰਵਾਨ ਹੋ ਕੇ ਮਰਦਾ ਹੈ ਉਹਨੂੰ ਖੂਰਾਂ ਮਿਲਦੀਆਂ ਨੇ, ਉਹਨੂੰ ਸ਼ਹਿਦ ਦੀਆਂ ਨਦੀਆਂ ਮਿਲਦੀਆਂ ਨੇ। ਇਤਿਆਦ ਕਹਿਣ ਤੋਂ ਭਾਵ ਉਸ ਧਰਮ ਦੇ ਵਿੱਚ ਵੀ ਸ਼ਹਾਦਤ ਦਾ ਸੰਕਲਪ ਜਿਹੜਾ ਉਹ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ। ਰਹੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਨਿਰਮਲ ਨਿਰਾਲੇ ਪੰਥ ਦੀ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਵਿਚਾਰਧਾਰਾ ਸੰਸਾਰ ਨੂੰ ਬਖਸ਼ਿਸ਼ ਕੀਤੀ ਹੈ, ਜਰਾ ਧਿਆਨ ਨਾਲ ਸੁਣਿਓ। ਇਹ ਵਿਚਾਰਧਾਰਾ ਸਤਿਗੁਰਾਂ ਦੀ ਭਗਤੀ ਤੇ ਸ਼ਕਤੀ ਦੀ ਵਿਚਾਰਧਾਰਾ ਹੈ। ਇਹ ਸੰਤ ਤੇ ਸਿਪਾਹੀ ਦੀ ਵਿਚਾਰਧਾਰਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮ ਤੇ ਰਾਜਨੀਤੀ ਦੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਹੈ। ਅੱਜ ਜਦੋਂ ਆਪਾਂ ਵਚਨ ਪੜ੍ਹਦੇ ਹਾਂ ਨਾ ਗੁਰੂ ਨਾਨਕ ਸਾਹਿਬ ਜੀ ਦੇ ਕਿ ਉਹਨਾਂ ਨੇ ਸਮੇਂ ਦੇ ਰਾਜਿਆਂ ਦੇ ਸਾਹਮਣੇ ਖੜੋ ਕੇ ਉਹ ਜਿਹੜੇ ਜਾਬਰ ਸਨ, ਜਿਹੜੇ ਜ਼ੁਲਮ ਕਰਦੇ ਸਨ, ਉਹਨਾਂ ਜ਼ੁਲਮੀ ਰਾਜਿਆਂ ਨੂੰ ਉਹਨਾਂ ਦੇ ਸਾਹਮਣੇ ਖੜੋ ਕੇ ਸੱਚ ਦੀ ਗੱਲ ਕੀਤੀ। ਤੇ ਉੱਥੇ ਵਚਨ ਆਪਾਂ ਪੜ੍ਹਦੇ ਹਾਂ, ਰਾਜੇ ਸ਼ੇਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਗੁਰੂ ਨਾਨਕ ਸਾਹਿਬ ਦੇ ਵਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਰਾਜੇ ਸ਼ੇਰਾਂ ਵਰਗੇ ਜਾਬਰ ਹੋ ਚੁੱਕੇ ਸਨ। ਰਾਜੇ ਸ਼ੇਹ ਮੁਕੱਦਮ ਕੁੱਤੇ ਤੇ ਜਿਹੜੇ ਉਹਨਾਂ ਦੇ ਮੁਕੱਦਮ ਸਨ, ਜਿਹੜੇ ਉਹਨਾਂ ਦੇ ਸਿਪਾਹੀ ਸਨ, ਉਹਨਾਂ ਦੀ ਬਿਰਤੀ ਕੁੱਤਿਆਂ ਵਾਲੀ ਬਣ ਚੁੱਕੀ ਸੀ। ਮਗਰ ਅੱਜ ਕਹਿੰਦੇ ਜਾਏ ਜਗਾਇਨ ਬੈਠੇ ਸੁੱਤੇ, ਉਹ ਜਦੋਂ ਮਰਜੀ ਆਪਣੇ ਪਰਜਾਂ ਦੇ ਲੋਕਾਂ ਤੇ ਜਾ ਕੇ ਹਮਲਾ ਕਰਦੇ ਸਨ। ਭਾਵੇਂ ਕੋਈ ਜਾਗਦਾ ਸੀ, ਭਾਵੇਂ ਕੋਈ ਸੁੱਤਾ ਸੀ, ਉਹਦੇ ਤੇ ਜ਼ੁਲਮ ਢਾਉਂਦੇ ਸਨ। ਹਜੂਰ ਕਹਿੰਦੇ ਚਾਕਰ ਨਹੰਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਉਹ ਜਿਵੇਂ ਨੌਕਰਾਂ ਦੇ ਨਾਲ ਮਾਨੋ ਪਰਜਾ ਨੂੰ ਨੋਚ ਰਹੇ ਹੁੰਦੇ ਸਨ। ਸਤਿਗੁਰੂ ਨਾਨਕ ਸਾਹਿਬ ਜੀ ਦੇ ਇਹ ਵਚਨ ਸਾਨੂੰ ਇਸ ਪਾਸੇ ਇਸ਼ਾਰਾ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕੇਵਲ ਧਰਮ ਦੀ ਗੱਲ ਕਰਨ ਵਾਲੇ ਨਹੀਂ, ਉਹਨਾਂ ਨੇ ਨਾਲ ਨਾਲ ਰਾਜ ਸੀ ਜਿਹੜੀ ਸ਼ਕਤੀ ਸੀ ਉਹਦੀ ਕਮਜ਼ੋਰੀ ਨੂੰ ਵੀ ਸੰਸਾਰ ਦੇ ਸਾਹਮਣੇ ਰੱਖਿਆ। ਇਹਨੇ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਵਿੱਚ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ। ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਭਾਗ ਲਾਏ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਉਸੇ ਹੀ ਸਿਧਾਂਤ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਅੱਗੇ ਤੋਰਿਆ। ਜਦੋਂ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਖਾ ਕੇ ਹਮਾਯੂ ਜਿਹੜਾ ਹੈ ਉਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਵਕਤ ਬਾਲਕਾਂ ਨੂੰ, ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਨੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਰਪਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਮੁਖੀ ਪੜ੍ਹਾ ਰਹੇ ਨੇ ਤੇ ਸਤਿਗੁਰਾਂ ਦੇ ਕੋਲ ਜਦੋਂ ਆਇਆ ਹਜੂਰ ਸੱਚੇ ਪਾਤਸ਼ਾਹ ਨੇ ਇਹਦੇ ਵੱਲ ਕੋਈ ਧਿਆਨ ਨਾ ਦਿੱਤਾ। ਇਹਦੇ ਵੱਲ ਜਦੋਂ ਧਿਆਨ ਨਾ ਦਿੱਤਾ, ਇਹਨੇ ਗੁੱਸੇ ਦੇ ਵਿੱਚ ਆਪਣੀ ਤਲਵਾਰ ਨੂੰ ਕਮਾਨ ਦੇ ਮਿਆਨ ਦੇ ਵਿੱਚੋਂ ਕੱਢਿਆ ਤੇ ਇਹ ਕਿਰਪਾਨ ਦੀ ਮੁੱਠ ਤੇ ਹੱਥ ਲੈ ਕੇ ਸਤਿਗੁਰਾਂ ਤੇ ਜਦੋਂ ਵਾਰ ਕਰਨ ਲੱਗਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਉਸੇ ਹੀ ਭਗਤੀ ਤੇ ਸ਼ਕਤੀ ਦੇ ਸਿਧਾਂਤ ਦੀ ਬਾਤ ਕਰਦਿਆਂ ਆਖਿਆ, ਇਹ ਜਿਹੜੀ ਕਿਰਪਾਨ ਅੱਜ ਤੂੰ ਫਕੀਰਾਂ ਤੇ ਚੁੱਕਦਾ ਪਿਆ ਹੈ, ਇਹ ਸ਼ੇਰ ਸ਼ਾਹ ਸੂਰੀ ਦੇ ਜ਼ੁਲਮ ਦੇ ਸਾਹਮਣੇ ਇਹ ਕੁੰਡੀ ਕਿਉਂ ਹੋ ਗਈ ਸੀ? ਇਸੀ ਭਗਤੀ ਤੇ ਸ਼ਕਤੀ ਦੇ ਸਿਧਾਂਤ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਪਹਿਰਾ ਦੇਣਾ। ਫਿਰ ਗੱਲ ਕਰੀਏ ਗੁਰੂ ਅਮਰਦਾਸ ਸਾਹਿਬ ਜੀ ਦੀ।
ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਮੈਂ ਪਿਛਲੇ ਹਫ਼ਤੇ ਵੀ 2-4 ਦਿਨ ਲਗਾਤਾਰ ਤੁਹਾਡੇ ਨਾਲ ਸਾਂਝ ਪਾਈ ਹੈ। ਉੱਥੇ ਵੀ ਤੁਸੀਂ ਪੜ੍ਹਦੇ ਹੋ ਕਿ ਸਮੇਂ ਦੇ ਬਾਦਸ਼ਾਹ ਜਿਹੜੇ ਸਨ ਉਹਨਾਂ ਨੂੰ ਵੀ ਪੰਗਤ ਦੇ ਵਿੱਚ ਬੈਠ ਕੇ ਪਹਿਲਾਂ ਪ੍ਰਸ਼ਾਦਾ ਛਕਣਾ ਪਿਆ ਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਸਕੇ। ਇਹ ਗੁਰੂ ਘਰ ਦੀ ਪਰੰਪਰਾ ਦੇਖੋ, ਮੈਂ ਇਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਗੁਰੂ ਘਰ ਦੇ ਵਿੱਚ ਭਗਤੀ ਤੇ ਸ਼ਕਤੀ ਤੇ ਸ਼ਹਾਦਤ ਦਾ ਜਿਹੜਾ ਸੰਕਲਪ ਹੈ, ਇਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਸਾਡੇ ਧਰਮ ਦੇ ਵਿੱਚ ਇਹ ਸ਼ਹਾਦਤ ਦਾ ਆਰੰਭ ਕਿੱਥੋਂ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚੌਥੀ ਜੋਤ ਗੁਰੂ ਰਾਮਦਾਸ ਸਾਹਿਬ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ ਤੇ ਉਹਨਾਂ ਦੇ ਵਾਸਤੇ ਜਿਹੜੇ ਸ਼ਬਦ ਵਰਤੇ ਗਏ ਨੇ, ਉਹ ਸ਼ਬਦ ਵਰਤੇ ਗਏ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਜਾ ਤਿਨੇ ਸਵਾਰਿਆ, ਪੂਰੀ ਕੋਈ ਕਰਾਮਾਤ ਇਹ ਸਰਜਣ ਖਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੁਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਸ ਪਰਮੇਸ਼ਰ ਦਾ ਰੂਪ ਬਣ ਕੇ ਸੰਸਾਰ ਵਿੱਚ ਆਏ, ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ। ਦੁਨਿਆਵੀ ਪਾਤਸ਼ਾਹ ਜਿਹੜੇ ਨੇ ਉਹਨਾਂ ਦੇ ਸਿੱਕੇ, ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਜੀਵਨ ਤੱਕ ਸੀਮਤ ਰਹਿੰਦੀਆਂ ਨੇ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਆਪਾਂ ਬਚਨ ਪੜ੍ਹਦੇ ਭਾਈ ਗੁਰਦਾਸ ਦੇ ਕਿ ਬੈਠਾ ਸੋਢੀ ਪਾਤਸ਼ਾਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਹ ਸੱਚੇ ਪਾਤਸ਼ਾਹ ਨੇ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਹੁਣ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਜਦੋਂ ਸਮਾਂ ਆਉਂਦਾ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਿਰਜਣਾ ਕੀਤੀ ਹੈ। ਸਰਬ ਸਾਂਝਾ ਧਰਮ ਮੰਦਰ ਇਸ ਸੰਸਾਰ ਨੂੰ ਦਿੱਤਾ ਹੈ ਤੇ 4 ਦਰਵਾਜ਼ੇ ਰੱਖ ਦਿੱਤੇ, ਕੋਈ ਪੂਰਬ ਤੋਂ ਆਵੇ, ਕੋਈ ਪੱਛਮ ਤੋਂ ਆਵੇ, ਕੋਈ ਉੱਤਰ ਤੋਂ ਆਵੇ, ਕੋਈ ਦੱਖਣ ਤੋਂ ਆਵੇ। ਵੱਖ-ਵੱਖ ਦਰਵਾਜ਼ਿਆਂ ਰਾਹੀਂ ਵੱਖ-ਵੱਖ ਦਿਸ਼ਾਵਾਂ ਤੋਂ ਚੱਲ ਕੇ ਆਇਆ ਜਾ ਸਕਦਾ ਹੈ, ਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਵਾਸਤੇ ਇੱਕ ਸਤਿਗੁਰਾਂ ਨੇ ਵਿਧਾਨ ਬਣਾ ਦਿੱਤਾ ਹੈ ਕਿ ਸਭਨਾਂ ਨੂੰ ਦਰਸ਼ਨੀ ਡਿਓੜੀ ਤੋਂ ਇੱਕੋ ਹੀ ਰਾਹ ਤੇ ਚੱਲ ਕੇ ਜਾਣਾ ਪਵੇਗਾ ਰੱਬ ਦੇ ਘਰ ਦੇ ਵਿੱਚ। 4 ਦਰਵਾਜ਼ੇ ਆਵਾਜ਼ ਦਾ ਪ੍ਰਤੀਕ ਸਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਸਰਬ ਸਾਂਝਾ ਧਰਮ ਮੰਦਰ, ਸੰਸਾਰ ਨੂੰ ਬਖਸ਼ਿਸ਼ ਕਰਨਾ ਤੇ ਸਰਬ ਸਾਂਝਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਆਪ ਨੀਵੇਂ ਥਾਂ ਤੇ ਬੈਠੇ ਤੇ ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੀੜਾ ਸਾਹਿਬ ਤੇ ਉੱਚੇ ਥਾਂ ਤੇ ਕੀਤਾ। ਹੁਣ ਜਦੋਂ ਸਰਬ ਸਾਂਝਾ ਧਰਮ ਮੰਦਰ, ਸਰਬ ਸਾਂਝਾ ਗ੍ਰੰਥ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਸੰਸਾਰ ਦੀ ਝੋਲੀ ਦੇ ਵਿੱਚ ਪਾਇਆ, ਤੇ ਮੈਂ ਬੇਨਤੀ ਕਰਾਂ ਇੱਥੇ ਹੀ ਬਸ ਨਹੀਂ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਐਸਾ ਨਾਰਾ ਦੇਣ ਵਾਲੇ ਫਿਰ ਸਭ ਸੁਖਾਲੀ ਵੋਟੀਆਂ, ਇਹ ਖੋਆ ਖਲੇਮੀ ਰਾਜ ਜੀਓ। ਇਹ ਗੁਰੂ ਅਰਜਨ ਸਾਹਿਬ ਦੇ ਬਚਨ ਤੁਸੀਂ ਪੜ੍ਹਦੇ ਹੋ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਜਿਹੜੇ ਧਰਮ ਕਾਰਜ ਕਰ ਰਹੇ ਸਨ, ਇਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਜਦੋਂ ਸਿੱਖਾਂ ਤੇ ਪਿਆ, ਹੋਰਨਾਂ ਤੇ ਪਿਆ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਲੋਕ ਸਨ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਸਨ, ਉਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਆਪਣਾ ਆਪ ਸਮਰਪਿਤ ਕਰ ਦਿੰਦੇ ਸਨ ਕਿ ਸਤਿਗੁਰਾਂ ਦੇ ਕੋਲੋਂ ਜਿਹੜੀ ਰੂਹਾਨੀਅਤ ਸਾਨੂੰ ਮਿਲਦੀ ਹੈ, ਇਹ ਰੂਹਾਨੀਅਤ ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦੀ। ਬਸ ਇਹੀ ਕਾਰਨ ਸੀ ਕਿ ਸਮੇਂ ਦਾ ਬਾਦਸ਼ਾਹ ਜਿਹੜਾ ਜਹਾਂਗੀਰ ਸੀ, ਉਹਨੂੰ ਚੰਗਾ ਨਾ ਲੱਗਾ ਕਿ ਗੁਰੂ ਅਰਜਨ ਸਾਹਿਬ ਜੀ ਇੰਨੀ ਵਡਿਆਈ ਸੰਸਾਰ ਦੇ ਵਿੱਚ ਪ੍ਰਾਪਤ ਕਰ ਰਹੇ ਨੇ, ਇਹ ਧਰਮ ਦਾ ਪ੍ਰਸਾਰ ਕਰ ਰਹੇ ਨੇ, ਇਹ ਧਰਮ ਦੀ ਗੱਲ ਕਰਦੇ ਨੇ, ਇਹ ਸੱਚ ਧਰਮ ਦੀ ਬਾਤ ਪਾਉਂਦੇ ਨੇ। ਇਹਨਾਂ ਦੇ ਸ਼ਰਧਾਲੂ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਵੀ ਨੇ,
हर कोई इन्हां दे चरनां विच आ रहा है ते जहांगीर अपनी तुझ के जहांगीरी दे विच स्वै जीवनी दे विच लिखदा है कि मेरा मन बहुत समय तो करदा सी कि ब्यासा दरिया दे कोल जो गुरु अर्जन नामी गुरु बन के अपनी झूठ की दुकान चला रहे ने, उन्हें बातुल दुकान लिखिया, झूठ की दुकान लिखिया। मैं इस झूठ की दुकान नूं बंद करना चाहता सा, इस करके कि उन्हां दे शरण विच आउण वाले इस्लाम नूं मनण वाले भी सन, जिहड़े उन्हां दे चरनां विच आके उन्हां दे सिख बन जांदे सन। इसलिए जहांगीर ने यह हुक्म कर दिता है कि गुरु अर्जन साहब महाराज जी नूं शहीद किया जाए। हुण गुरु अर्जन साहब महाराज अमृतसर साहब की पावन धरती तो चलते नाल नाल आपां देखो इतिहास के पत्रे खोलते जाने। जदों गुरु अर्जन साहब अमृतसर साहब तो आप चले ने शहादत देने दे वास्ते, एक अनोखी जी परंपरा है गुरु घर दे विच। गुरु अर्जन साहब भी आप गए ने, गुरु तेग बहादुर साहब आप चल के गए ने। गुरु अर्जन साहब जदों अमृतसर साहब तो चलन लगे, उन्हां मुखी गुरसिखां नूं कोल बुलाया ते धन गुरु हरगोबिंद साहब जिन्हां दी उम्र उदों 11 साल दी है, उन्हां नूं कोल बुलाया ते सतगुरां ने मुखी सिखां नूं आखिया, साडे तो बाद साडे पुत्र गुरु हरगोबिंद साहब ने गुरता गद्दी दे सिंघासन ते विराजमान होना है ते 6वें गामे विच गुरु हरगोबिंद साहब दे रूप दे विच इन्हां ने शस्त्र पकड़ने ने। जिथे भगती दी गल उत्थे शक्ति दी गल भी करनी है। इन्हां ने शब्द दी शक्ति दे नाल पीर दी पीरी खोनी है ते इन्हां ने बाहरी शक्ति दे नाल हुण मीर दी बादशाही जड़ी है उन्होंने भी खो लेना है। ये गल सतगुरां ने उन्हां मुखी सिखां नूं समझाई कि साडी शहादत तो उपरंत इन्हां नूं गुरता गद्दी दे सिंघासन ते तुसीं विराजमान करना। हुण शहादत देण वास्ते चले गए। आप सब जानदे हो कि तत्ती तवी ते बिठाया गया, सिर विच गर्म रेत पाई गई, अकैह ते असह तसीहे कई दिन दिंदे रहे। सतगुरु गुरु अर्जन साहब महाराज शांति दे पुंज उन्हां दे नाल आपां जदों नाम लैने उन्हां दा ते गुरु अर्जन साहब शांति दे पुंज शहीदां दे सरताज बाणी दे बोहत ये आपां शब्द वरतदे उन्हां दी महिमा दे विच। हुण तत्ती तवी ते विराजमान होके भी उन्हां ने रब्बी नगमा गाया, उत्थे भी शांतमई रह के शहादत दिती है ते वचन की पढ़ाए संसार दे लोकां नूं। मैं चाहुंदा एक बार तुसीं सारे रसना अपनी सुची करो सतगुरां दे उन्हां वचनां नूं एक बार आपां सारे मन चित दी एकाग्रता दे नाल भैणां बीबियां वीर बुजुर्ग सारे कृपा करो मेरे मगर मगर गाउण दा यतन करियो। तेरा किया मीठा लागे, तेरा किया मीठा लागे, तेरा किया मीठा लागे, तेरा किया मीठा लागे। हर नाम पदार्थ नानक मांगे, हर नाम पदार्थ नानक मांगे, नानक मांगे, हर नाम पदार्थ नानक मांगे। तेरा किया मीठा लागे, तेरा किया मीठा लागे, सतगुरां ने यही रब्बी नगमा जिहड़ा अपने मुख तो गायन किया। कहंदे चारों तरफ अग बरसे, सेक सी तन साड़दा, शाले शाले हो गया जुस्सा, सच्ची सरकार दा
ਮੀਆਂ ਮੀਰ ਆਣ ਦੇਖੇ ਹਾਰ ਆਪਣੇ ਯਾਰ ਦਾ, ਉਹ ਰੋਵੇ ਚੀਖੇ ਤਿਹਾੜਾ ਮਾਰਦਾ। ਸੁਣ ਕਿਹਾ ਸਤਿਗੁਰ ਮੀਆਂ ਛੋਡੋ ਪ੍ਰੀਤੀ ਚਾਂਦ ਸੇ, की गोया तन सड़ रहा हम शांत हैं हर नाम से। गुरु अर्जन साहब जी शहादत वरती है शांतमई रह के। उस तो उपरंत गुरु हरगोबिंद साहब मीरी पीरी दियां दो तलवारां अपने तन ते पहन के गुरता गद्दी दे सिंघासन ते विराजमान होए ने। गुरु हरगोबिंद साहब जी दी महिमा विच जेड़े बचन श्रीमान भाई गुरदास ने कहे ने, मैं राती भी अर्ज कर रहा सा, इन्हां बचनां विच बड़ा डूंगा रहस है। जदों कहंदे पंज प्याले पंज पीर छठम पीर बैठा गुर भारी, ये पंज प्याले किहड़े सन? ये सत संतोख दया धर्म ये सहनशीलता रूहानियत दे गुणां दे पंज प्याले ने। पंज पीर तो भाव गुरु नानक साहब, गुरु अंगद साहब, गुरु अमरदास, गुरु रामदास, गुरु अर्जन साहब। ये पांच पीर शब्द जिहड़ा है ये गुरुआं दे वास्ते वरतिया गया। पंज प्याले पंज पीर छठम पीर बैठा गुर भारी, कहंदे छेवें पीर सतगुरु सच्चे पातशाह भारी गुरु बन के सिंघासन ते विराजमान होए ने। अर्जुन काइयां पलट के मूरत हरगोबिंद सवारी, गुरु अर्जन साहब ने काइयां बदली ते गुरु हरगोबिंद साहब रूपी मूरत नूं सवार के गुरता गद्दी दे सिंघासन ते विराजमान कर दिता। चली पीढ़ी सोडियां रूप दिखावण बारो वारी, हुण सोडी वंश दी पीढ़ी चल गई, क्योंकि गुरु रामदास साहब सोडी वंश नाल संबंध रखते सन। उन्हां दे सपुत्र गुरु अर्जन साहब ते गुरु अर्जन साहब जी दे सपुत्र धन गुरु हरगोबिंद साहब, इवें इन्हां दी वंश 10वें पातशाह तक चलदी है। फिर बेनती करा, कहंदे चली पीढ़ी सोडियां रूप दिखावण बारो वारी, अगे बचन कीता दल भन्नण गुर सूरमा, वड जोधा बहु पर उपकारी। दलां नूं भन्नण वाले वड्डे योधे गुरु हरगोबिंद साहब, दल भन्नण गुर सूरमा, कहंदे गुरु सूरमा बड़ा वड्डा है, वड जोधा बड़े वड्डे योधे ने, पर उपकारी। फिर पर उपकारी भी उन्हां वर्गा कोई नहीं है। फिर वचन कीते उन्हां ने, कहंदे जदों ऐसा कुछ देखिया सिखां ने, सिख इकट्ठे होए, उन्हां ने अरदास कीती धन गुरु हरगोबिंद साहब जी दे चरण कमलां विच। कहन लगे पुछण सिख अरदास कर, 6 महीना तक दर्श निहारी। ये सतगुरु असीं 6 महीना तक 6 गुरु साहबान दे दर्शन कीते ने, सानू किरपा करके अगे भी दसना करो इस सोधी वंश विच होर गुरु किन्ने प्रगट होवणगे। ते गुरु हरगोबिंद साहब ने जिहड़ा जवाब दिता, भाई गुरदास कहंदे जदों पुछिया सिखां ने, पुछण सिख अरदास कर 6 महीना तक दर्श निहारी, अगम अगोचर सतगुरु बोले मुख तो सुनो संसारी। अगम अगोचर सतगुरां ने वचन कीते, कह लगे संसार दे लोगों सुनो, कलयुग पीढ़ी सोधियां नेचल नीव ओ सार खिधारी। कलयुग दे विच ए नेचल नीव असी धर दित्ती है, सोधी पीढ़ियां दी अगे तक चलेगी और कदों तक चलेगी। कह लगे जुग जुग सतगुर धरे अवतारी, के साडे तो बाद 4 गुरु साहबान इस सोधी वंश दे विचों ही प्रगट होके पंथ की अगवाई करनगे। गुरु हरगोबिंद साहब गुरता गद्दी दे सिंघासन ते विराजमान होए ते गुरु घर दे ढाडी जिहड़े, वैसे तां ढाडी शब्द जिहड़ा है गुरु नानक साहब ने अपने वास्ते वरते, हौं ढाडी वेकार कारे लाया। अपने आप नूं ढाडी भी उन्होंने कहा ते अपने आप नूं सतगुरु नानक साहब जी कहंदे ने नानक सायर इव कहिया। उन्होंने कवि भी अपने आप नूं कहा, ढाडी भी अपने आप नूं कहा सतगुरां ने। ते गुरु नानक काल तो ढाडी की गल चलती आ रही। हुण 2 ढाडी सुर सिंह पिंड दे रहन वाले सन। इन्हां दा अब्दुल्ला ते नत्था नाम सी। ये दोवें सतगुरां दे चरणां विच आए। जदों हजूर दे चरणां विच आए
ਉਹਨਾਂ ਨੇ ਤਨ ਤੇ ਦੋ ਮੀਰੀ ਪੀਰੀ ਦੀਆਂ ਸ਼ਮਸ਼ੀਰਾਂ ਪਹਿਲੀਆਂ ਦੇਖੀਆਂ ਤੇ ਇਹਨਾਂ ਗੁਰਮੁਖ ਢਾਡੀਆਂ ਨੇ ਵਚਨ ਕੀਤਾ, ਦੋ ਤਲਵਾਰੀ ਵਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਮਹਾਰਾਜ ਕਹਿੰਦੇ ਨੇ ਇਹ ਦੇਖੋ ਦੋ ਤਲਵਾਰੀ ਜਿਹੜਾ ਤੁਸੀਂ ਬੰਨੀਆਂ ਨੇ, ਇੱਕ ਮੀਰੀ ਦੀ ਲਖਾਇਕ ਹੈ, ਬਾਦਸ਼ਾਹਤ ਦੀ। ਮੀਰੀ ਤੋਂ ਭਾਵ ਬਾਦਸ਼ਾਹਤ ਹੈ, ਪੀਰੀ ਤੋਂ ਭਾਵ ਰੂਹਾਨੀਅਤ ਹੈ। ਮੀਰੀ ਤੇ ਪੀਰੀ ਦੀ ਤੁਸੀਂ ਤਲਵਾਰਾਂ ਪਹਿਨੀਆਂ ਨੇ। ਹਿੰਮਤ ਬਾਹਾਂ ਕੋਟਗੜ, ਦਰਵਾਜ਼ਾ ਬਲਖ ਬਖੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਹਿਣ ਲੱਗੇ ਤੁਹਾਡੀ ਸੋਹਣੀ ਦਸਤਾਰ ਦੇ ਸਾਹਮਣੇ ਅੱਜ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਪੱਗ ਦੀ ਸ਼ੋਭਾ ਫਿੱਕੀ ਪੈ ਗਈ ਹੈ, ਉਹਨਾਂ ਦੇ ਸੀਸ ਤੇ ਕਲਗੀ ਹੈ। ਮੈਂ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਸਾਨੂੰ ਬੜਾ ਕੁਝ ਬਖਸ਼ਿਸ਼ ਕੀਤਾ ਹੈ। ਇਹ ਗੁਰੂ ਘਰ ਦੀ ਪਰੰਪਰਾ ਰਹੀ ਹੈ, ਸ਼ਹਾਦਤ ਸੂਰਮ ਗਤੀ ਦਾ ਸਿਧਾਂਤ। ਤੇ ਮੈਂ ਬੇਨਤੀ ਕਰਾਂ, ਜਦੋਂ ਸਰਾਜੋ ਦੌਲੇ ਵਰਗਾ ਫਕੀਰ ਪੁੱਛਦਾ ਮਹਾਰਾਜ ਇਹ ਪੁੱਤਰ ਕਾਦੇ ਵਾਸਤੇ, ਇਸਤਰੀ ਕਾਦੇ ਵਾਸਤੇ, ਮਾਇਆ ਕਾਦੇ ਵਾਸਤੇ, ਸ਼ਸਤਰ ਕਾਦੇ ਵਾਸਤੇ, ਤੇ ਸਤਿਗੁਰੂ ਜਵਾਬ ਦਿੰਦੇ ਨੇ, ਕਹਿਣ ਲੱਗੇ ਪੁੱਤਰ ਨਿਸ਼ਾਨ, ਇਸਤਰੀ ਈਮਾਨ, ਕਹਿਣ ਲੱਗੇ ਦੌਲਤ ਗੁਜਰਾਨ, ਸ਼ਸਤਰ ਜਰਵਾਣੇ ਦੀ ਭਖਿਆ। ਕਹਿਣ ਲੱਗੇ ਇਹ ਸ਼ਸਤਰ ਜਿਹੜਾ ਹੈ ਇਹ ਜਰਵਾਣੇ ਦੀ ਝੋਲੀ ਵਿੱਚ ਅਸੀਂ ਭਿਖਿਆ ਪਾਉਣ ਵਾਸਤੇ ਧਾਰਨ ਕੀਤਾ ਹੈ। ਔਰ ਤਖਤ ਤੇ ਬੈਠਦੇ ਆ ਦੇਖੋ ਮੰਗ ਕੀ ਕੀਤੀ ਹੁਕਮਨਾਮਿਆਂ ਦੇ ਵਿੱਚ, ਸਾਡੇ ਸਿੱਖ ਘੋੜੇ ਲੈ ਕੇ ਆਉਣ, ਸਾਡੇ ਸਿੱਖ ਚੰਗੇ ਤੋਂ ਚੰਗਾ ਸ਼ਸਤਰ ਲੈ ਕੇ ਆਉਣ। ਗੁਰੂ ਕੇ ਸਿੱਖਾਂ ਨੇ ਚੰਗੇ ਤੋਂ ਚੰਗਾ ਸ਼ਸਤਰ ਭੇਟ ਕੀਤਾ, ਘੋੜੇ ਭੇਟ ਕਰ ਦਿੱਤੇ, ਇੱਥੋਂ ਤੱਕ ਆਪਣੀਆਂ ਜਵਾਨੀਆਂ ਭੇਟ ਕੀਤੀਆਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦਾ ਇਹ ਮੁੱਢ ਵੱਜ ਗਿਆ। ਕਹਿੰਦੇ 500 ਘੋੜ ਸਵਾਰਾਂ ਦੀ ਫੌਜ ਸਤਿਗੁਰਾਂ ਨੇ ਮੁੱਢ ਵਿੱਚ ਬੰਨ ਦਿੱਤੀ। ਇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ। ਕੈਸਾ ਸਿੱਖਾਂ ਦੇ ਅੰਦਰ ਜਜ਼ਬਾ ਹੋਵੇਗਾ ਜਦੋਂ ਜਮਨਾ ਦੇ ਕੰਢੇ ਤੇ ਇੱਕ ਪਾਸੇ ਤੰਬੂ ਜਹਾਂਗੀਰ ਦਾ ਲੱਗਾ, ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਦਾ ਲੱਗਾ। ਇੱਕ ਸਿੱਖ ਆਉਂਦਾ ਤੇ ਉਹ ਕਹਿੰਦਾ ਹੈ, ਉਹ ਜਹਾਂਗੀਰ ਦੇ ਤੰਬੂ ਵਿੱਚ ਚਲਾ ਜਾਂਦਾ। ਉਹਨੇ ਘਾਹ ਦੀ ਪੰਡ ਸਿਰ ਤੇ ਚੁੱਕੀ, ਰੱਖ ਕੇ ਅੱਗੇ ਟਕਾ ਭੇਟ ਕੀਤਾ, ਆਖਿਆ ਮੇਰਾ ਜਨਮ ਮਰਨ ਕੱਟ ਦਿਓ। ਜਦੋਂ ਇਹ ਗੱਲ ਕਹੀ ਉਹਨੇ ਬਾਰ-ਬਾਰ ਜਹਾਂਗੀਰ ਨੂੰ, ਕਹਿਣ ਲੱਗਿਆ ਮੈਂ ਤੇਰਾ ਜਨਮ ਮਰਨ ਨਹੀਂ ਕਰ ਸਕਦਾ, ਜਨਮ ਮਰਨ ਤੇ ਕਟਾਉਣਾ ਚਾਹੁੰਦਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਅੱਗੇ ਲੱਗਾ ਹੋਇਆ। ਉਹਨੇ ਘਾਹ ਦੀ ਪੰਡ ਵੀ ਚੁੱਕ ਲਈ। ਜੁਰਤ ਦੇਖੋ ਸਿੱਖਾਂ ਦੀ ਕੈਸੀ ਸੀ। ਉਹਨੇ ਘਾਹ ਦੀ ਪੰਡ ਵੀ ਚੁੱਕ ਲਈ, ਉਹਨੇ ਟਕਾ ਜਿਹੜਾ ਭੇਟ ਕਰ ਮੱਥਾ ਟੇਕਿਆ ਸੀ ਉਹ ਹੀ ਚੁੱਕ ਲਿਆ। ਜਹਾਂਗੀਰ ਨੇ ਆਖਿਆ ਇਹ ਕਿਉਂ ਚੁੱਕਦਾ ਪਿਆ? ਕਹਿੰਦਾ ਜਿਹੜਾ ਜਨਮ ਮਰਨ ਨਹੀਂ ਕੱਟ ਸਕਦਾ ਉਹਦੇ ਅੱਗੇ ਇਹ ਭੇਟਾ ਵੀ ਨਹੀਂ ਰੱਖੀ ਜਾ ਸਕਦੀ। ਅਗਲੇ ਤੰਬੂ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਰਾਜੇ ਨੇ, ਸਤਿਗੁਰਾਂ ਨੇ ਆਪਣੇ ਸਿੱਖ ਨੂੰ ਗਲ ਬੱਕੜੀ ਵਿੱਚ ਲਿਆ, ਉਹਦੇ ਜਜ਼ਬੇ ਨੂੰ ਸਲਾਮ ਕੀਤਾ। ਇਵੇਂ ਗੁਰਮੁਖੋ ਭਗਤੀ ਤੇ ਸ਼ਕਤੀ ਦੀਆਂ ਦਾਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀਆਂ ਨੇ। ਮੈਂ ਬੇਨਤੀ ਕੇਵਲ ਸੰਖੇਪ ਵਿੱਚ ਕਰ ਰਿਹਾ, ਜਿਹੜਾ ਆਪਾਂ ਗੁਰਬਾਣੀ ਦੇ ਵਿੱਚ ਰਹਿ ਕੇ ਸਿਧਾਂਤ ਲੈ ਕੇ ਚੱਲੇ ਕਿ ਸੂਰਾ ਕੌਣ ਹੈ, ਹੁਣ ਸੂਰਮਾ ਕੌਣ ਹੈ, ਮੈਂ ਇਹਦੇ ਤੇ ਵਿਚਾਰ ਤੁਹਾਡੇ ਨਾਲ ਥੋੜੀ ਜਿਹੀ ਸਾਂਝ ਪਾਵਾਂ। ਹਜੂਰ ਦੇ ਆਪਾਂ ਬਚਨ ਲਏ ਸਨ। ਵਡਹੰਸ ਰਾਗ ਵਿੱਚ ਇੱਕ ਬਾਣੀ ਹੈ ਜਿਸ ਨੂੰ ਅਲਾਣੀਆਂ ਨਾਮ ਦਿੱਤਾ ਗਿਆ। ਉਹਨੂੰ ਅਲਾਣੀਆਂ ਦੇ ਸ਼ਬਦ ਨੇ, ਉਹਦੇ ਵਿੱਚ 5 ਕੋ ਸ਼ਬਦ ਨੇ ਉਸ ਬਾਣੀ ਦੇ ਅੰਦਰ। ਤੇ ਉਸ ਬਾਣੀ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਜਿਹੜਾ ਤੁਹਾਡੇ ਨਾਲ ਮੈਂ ਸਾਂਝ ਪਾਈ ਸੀ, ਇੱਕ ਵਾਰ ਇਕਾਗਰਤਾ ਦਿਓ ਜਰਾ, ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਮਰਨ ਮੁਨਸਾ ਸੂਰਿਆ ਹੱਕ ਹੈ। ਕਹਿਣ ਲੱਗੇ ਮਰਨਾ ਹੱਕ ਦਾ ਮਰਨਾ, ਪਰਵਾਨ ਕਿਹੜਾ ਹੈ ਮਰਨਾ? ਮਰਨ ਮੁਨਸਾ ਸੂਰਿਆ ਹੱਕ ਹੈ। ਜੇ ਹੋਏ ਮਰਨ ਪਰਵਾਣੋ, ਜੇ ਮਰਨਾ ਕਿਤੇ ਉਸ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਏ, ਉਹ ਮਰਨਾ ਹੱਕ ਦਾ ਸੱਚ ਦਾ ਮਰਨਾ ਹੈ। ਮਹਾਰਾਜ ਕਹਿੰਦੇ ਸੂਰੇ ਸੇਈ ਆਗੇ ਆਖੀਏ ਦਰਗੇ ਪਾਵੇਂ ਸਾਥੀ ਮਾਣੋ। ਇਹ ਸੂਰਮੇ ਨੇ, ਇਹ ਪ੍ਰਭੂ ਕੀ ਦਰਗਾਹ ਦੇ ਵਿੱਚ ਸ਼ੋਭਾ ਪਾਉਂਦੇ ਨੇ। ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਵੀਰ ਰਸ ਦਾ ਸਿਧਾਂਤ ਜੋ ਸਤਿਗੁਰਾਂ ਨੇ ਦਿੱਤਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀ ਜੈ,
सिर दीजै कान न कीजै। फिर वचन कीते पहला मरण कबूल, जीवन की शब आस हो सबना की रेणुका तो आओ हमारे पास। फिर बाबा कबीर वर्गे पुरखा ने ये वचन कीते कबीर, जिस मरने ते जग डरै मेरे मन आनंद, मरने ही ते पाइए पूर्ण परमानंद। सूरा सो पहचानिए जो दरा दीन के हेठ, ये भी शब्द मारू राग विच बाबे कबीर दा है। इस शब्द तो पहला जेड़ा वचन कीता गगन दमामा बाजे परे निशाने कहाओ, खेत जो मांडे सूरमा अब जूझन को दाओ। फिर आगे वचन कीता सूरा सो पहचानिए जो लड़ा दीन के हेठ, पुरजा पुरजा कट मरे कब हुना छाड़ा खेत। हुण गुरु अर्जन साहब की शहादत तो बाद जिहड़ी मैं बेनती कर रिहा सां, दूजी शहादत धन गुरु तेग बहादुर साहब जी की वापरदी है। गुरु तेग बहादुर साहब की शहादत दे विच ते गुरु अर्जन साहब की शहादत दे विच थोड़ा जिहा फर्क मैं तुहानूं दसना चाहुंदा कि गुरु अर्जन साहब की शहादत, इस गुरु ने शहादत दे के सिखां दे वास्ते शहादत दे पूरने पा दिते। शहीद होने की परंपरा का आरंभ हो गया। ते धन गुरु तेग बहादुर साहब जी की शहादत तो पहला गुरसिखा ने शहादत प्राप्त की है। बाबा मती दास जी वर्गिया ने, बाबा दयाला जी वर्गिया ने, बाबा सती दास वर्गिया ने, उन्होंने पहला शहादत प्राप्त की ते उन्हां दी शहादत तो बाद धन गुरु तेग बहादुर साहब जी की शहादत हुई है। उदों भी गुरु तेग बहादुर साहब जी ने यह वचन किसी कवि ने बड़ा कीमती किया, कहंदे मैं भी तेग हाँ परख लै तेग तू ही, एक दो नहीं परख लै 100 तेगा। कहन लगे जलाद नूं मैं भी तेग मां, तेरे हाथ विच भी तेग है, तू तेग चलाउण दे विच बड़ा मार मन्निया गया। जलालुद्दीन ये जलाद है ਜਿਹੜਾ सतगुरां दे धड़ नूं वक करदा है, सतगुरां दे नाल वचन विलास ਇਹ कवि करवाउंदा। कवि दी कल्पना है पर ਇਹਦੇ ਵਿੱਚ भावना बड़ी ਉਹਦੀ सच्ची है। कहन लगे मैं भी तेग हाँ, तू भी अपनी तेग परख लै। कहन लगे तेरे हथ विच ਜਿਹੜੀ तेग है ना, ਇਹ तेग मैनू डरा नहीं तेरी सकदी, क्योंकि सतगुरां दा ते सिद्धांत सी कि भै काहू को देत नह भै मानत आन। ना किसी नूं भै देना, ना किसी दा भै कबूल करना, ना जुल्म करना ते ना जुल्म सहना ही सतगुरां ने सानूं सिखाया। कहन लगे मैं भी तेग हाँ परख लै तेग तू ही, एक दो नहीं परख लै 100 तेगां, 100 तेगां दी परख कर लै। कहन लगे मैं तां जमदियां तेगां दी शाम आनी, जदों वेखियां पहलियां पिता दियां 2 तेगां। कहन लगे असीं तां जन्म वेले ही अपने पिता दे गल दे विच 2 तेगां देखियां ने, सानू तेग दा की तूं दिखाउणा। ते तेग बहादुर नाम ही कई साडे इतिहासकार मनदे ने, उन्हां दा इसे करके पिया सी जदों करतारपुर दी जंग विच उन्हां ने तेग दे जोर दिखाए ते गुरु हरगोबिंद साहब सिखां नूं इनाम दिंदे ने जंग जितन तो बाद। जदों अपने पुੱਤ दी वारी आई ते गल बकरी विच लैके आख्या तेरा नाम अज तो तेग मल नहीं, जिस जोर दे नाल जज्बे नाल तू तेग वाई है अज तो तेरा नाम तेग बहादुर होया। ये गुरु घर दीयां बख्शिशां ने। गुरु तेग बहादुर साहब की शहादत तो उपरंत गुरमुख गुरु कलगीधर महाराज जी ने यह फैसला कर लिया 9 साल की उम्र दे विच खालसा पंथ साजण दा। कहंदे श्री गोबिंद सुनकर ऐसे गर्जत बोले जल तर जैसे, इस विद को अब पंथ बनाऊं सगल जगत में, बहु विदताऊं जदों भाई जैता ने उन्हां दे सामने सतगुरां दा शीश रखिया। ते सतगुरु कहन लगे सिख कोई नजर आया नहीं, हजूर कोई नहीं नजर आउंदा सी। ते सतगुरां दे वचन सन। हुण मैं गर्ज के बदल की तरह ये बोल बोले, आख्या मैं इहो जिहा खालसा साजूंगा जिहड़ा लखां दे विचों पछाणिया जा सकेगा। हुण गुरु गोबिंद सिंह साहब जी ने ये 1675 विच शहादत हुंदी है ते 1699 विच सतगुरु कलगीधर महाराज जी ने
ਖਾਲਸਾ ਸਾਜਿਆ। ਹੁਣ ਖਾਲਸਾ ਜਿਹੜਾ ਸਾਜਿਆ ਉਹਦੇ ਵਾਸਤੇ ਸ਼ਬਦ ਕੀ ਵਰਤੇ ਨੇ ਮਹਾਰਾਜ ਨੇ। ਅੰਮ੍ਰਿਤ ਛਕਾਉਣ ਤੋਂ ਬਾਅਦ ਜਦੋਂ ਉਹਨਾਂ ਪੰਜਾਂ ਨੂੰ ਸਿੰਘ ਸ਼ਬਦ ਬਖਸ਼ਿਆ, ਖਾਲਸੇ ਬਣਾਏ, ਰਹਿਤਾਂ ਸਮਝਾਈਆਂ, ਬੜਾ ਵਿਸਥਾਰ ਹੈ ਇਸ ਗੱਲ ਦੇ ਵਿੱਚ। ਤੇ ਵਚਨ ਕੀ ਕੀਤੇ, ਕਹਿਣ ਲੱਗੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਪ੍ਰਗਟ ਹੋਇਆ, ਇਹਦਾ ਜਨਮ ਸ਼ਬਦ ਨਾ ਵਰਤਿਆ ਕਰੋ ਇਹਦੇ ਵਾਸਤੇ ਕਿ ਖਾਲਸਾ ਜੀ ਦਾ ਜਨਮ ਦਿਹਾੜਾ ਅੱਜ ਅਸੀਂ ਵਿਸਾਖੀ ਵਾਲੇ ਦਿਨ ਮਨਾਉਣਾ, ਨਹੀਂ ਗੁਰਮੁਖੋ। ਖਾਲਸਾ ਪ੍ਰਗਟ ਹੋਇਆ ਤੇ ਜਿਹੜਾ ਪ੍ਰਗਟ ਹੋਇਆ, ਜਿਹੜਾ ਜਨਮਿਆ, ਉਹਦਾ ਇੱਕ ਦਿਨ ਮਰਨ ਵੀ ਹੋਣਾ ਹੈ। ਤੇ ਜਿਹੜਾ ਪ੍ਰਗਟ ਹੋਇਆ ਉਹਦੀ ਕਦੇ ਬਰਸੀ ਨਹੀਂ ਜੇ ਮਨਾਈ ਜਾਣੀ, ਉਹਨੇ ਕਦੇ ਮਰਨਾ ਨਹੀਂ ਜੇ। ਇਹੀ ਕਾਰਨ ਹੈ ਖਾਲਸਾ ਪ੍ਰਗਟ ਹੋਇਆ ਤੇ ਅੱਜ ਤੱਕ ਪ੍ਰਗਟ ਹੋਇਆ। ਖਾਲਸਾ ਸ਼ਹਾਦਤਾਂ ਦੇ ਕੇ ਵੀ ਅੱਜ ਤੱਕ ਸੰਸਾਰ ਦੇ ਸਾਹਮਣੇ ਪ੍ਰਗਟ ਹੈ। ਇਹਨੇ ਵਿਖਮ ਤੋਂ ਵਿਖਮ ਸਮੇਂ ਵਿੱਚ ਵੀ ਉਸ ਵਕਤ ਵੀ ਇਹੀ ਰੱਬੀ ਬਚਨ ਗਾਏ ਸਨ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ ਜੋ ਜੋ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਸ ਤੋਂ ਬਾਅਦ ਗੁਰੂ ਕਲਗੀਧਰ ਸਾਹਿਬ ਨੇ ਜਦੋਂ ਖਾਲਸਾ ਸਾਜਿਆ, ਸ਼ਹਾਦਤਾਂ ਕੋਈਆਂ ਨੇ। ਦੇਖੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਤੀ ਹੈ ਚਮਕੌਰ ਦੀ ਗੜੀ ਦੇ ਵਿੱਚ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੂੰ ਸਤਿਗੁਰਾਂ ਨੇ ਆਵਾਜ਼ ਨਹੀਂ ਮਾਰੀ। ਬਿਨਾਂ ਆਵਾਜ਼ ਮਾਰਨ ਤੋਂ ਬਾਬਾ ਜੁਝਾਰ ਸਿੰਘ ਜੀ ਸਾਹਮਣੇ ਆ ਗਏ। ਆਖਿਆ ਪਿਤਾ ਜੀ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ, ਮੈਨੂੰ ਵੀ ਆਪਣੇ ਹੱਥੀ ਸ਼ਸਤਰ ਸਜਾਓ। ਤੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਬਚਨ ਸਨ, ਪੁੱਤਰਾ ਤੇਰੀ ਉਮਰ ਦੇ ਜਿਹੜੇ ਸਿੱਖ ਨੌਜਵਾਨ ਹੋਣਗੇ, ਜਦੋਂ ਵੀ ਕੋਈ ਸੰਘਰਸ਼ ਲੜਿਆ ਜਾਵੇਗਾ ਉਹਨਾਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪਵੇਗੀ, ਉਹ ਆਪ ਮੁਹਾਰੇ ਉਸ ਸੰਘਰਸ਼ ਦੇ ਵਿੱਚ ਸ਼ਹਾਦਤਾਂ ਦੇ ਦੇਣਗੇ। ਇੱਥੋਂ ਹੁਣ ਸ਼ਹਾਦਤ ਦਾ ਜਿਹੜਾ ਸੰਬੰਧ ਹੈ ਇਹ ਸ਼ਾਂਤਮਈ ਨਹੀਂ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸ਼ਾਂਤਮਈ ਵਰਤੀ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸ਼ਾਂਤਮਈ ਕੋਈ ਹੈ। ਪਰ ਇਹ ਜਿਹੜੀਆਂ ਸ਼ਹਾਦਤਾਂ ਹੁਣ ਹੁੰਦੀਆਂ ਨੇ, ਇਹ ਸ਼ਹਾਦਤਾਂ ਹਥਿਆਰਬੰਦ ਖਾਲਸਾ ਹੋਇਆ। ਇਹ ਸ਼ਹਾਦਤਾਂ ਰਣ ਮੈਦਾਨ ਵਿੱਚ ਹੋਈਆਂ ਨੇ। ਜਿਹੜੇ ਵੀ ਸਿੰਘ ਰਣ ਮੈਦਾਨ ਵਿੱਚ ਸ਼ਹੀਦ ਹੁੰਦੇ ਸਨ ਉਹਨਾਂ ਨੂੰ ਸਤਿਗੁਰੂ ਸ਼ਹੀਦ ਕਹਿ ਕੇ ਉਹਨਾਂ ਨੂੰ ਵਡਿਆਉਂਦੇ ਸਨ, ਉਹਨਾਂ ਨੂੰ ਮਾਣ ਦਿੰਦੇ ਸਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਂ ਗੁਜਰੀ ਜੀ ਦੀ ਸ਼ਹਾਦਤ, ਇਹ ਸ਼ਹਾਦਤਾਂ ਤੋਂ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਖਾਲਸਾ ਰਾਜ 1710 ਵਿੱਚ ਪੈਦਾ ਕਰ ਦਿੱਤਾ, ਉਸ ਵਕਤ 1710 ਦੇ ਵਿੱਚ ਉਦੋਂ ਵੀ ਸ਼ਹਾਦਤਾਂ ਵਾਪਰੀਆਂ ਨੇ ਚੱਪਰ ਚਿੜੀ ਦੇ ਮੈਦਾਨ ਦੇ ਵਿੱਚ। ਪਰ ਵਜੀਦ ਖਾਂ ਵਰਗਾ ਜ਼ਾਲਮ ਉਹਨਾਂ ਨੇ ਮੌਤ ਦੀ ਘਾਟ ਉਤਾਰ ਕੇ ਉੱਥੇ ਪਹਿਲੀ ਵੇਰ ਗੁਰੂ ਕਾਲ ਤੋਂ ਬਾਅਦ ਵਿੱਚ ਕਿਸੇ ਸਿੱਖ ਜਰਨੈਲ ਨੇ ਖਾਲਸਾ ਰਾਜ ਸਥਾਪਿਤ ਕੀਤਾ ਔਰ ਗਰੀਬਾਂ ਨਿਮਾਣਿਆਂ ਨੂੰ ਉਹਨਾਂ ਨੇ ਹੱਕ ਦਿਵਾਏ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਉਹਨਾਂ ਨੂੰ ਮਾਲਕ ਬਣਾਇਆ। ਜਿਹੜੇ ਚੌਧਰੀ ਸਨ ਉਹਨਾਂ ਦੇ ਸੇਵਕ ਬਣਾ ਦਿੱਤੇ। ਐਵੇਂ ਖਾਲਸਾ ਰਾਜ ਦੀ ਸਥਾਪਤੀ ਬਾਬਾ ਬੰਦਾ ਸਿੰਘ ਬਹਾਦਰ ਕੋੜਾ ਨੇ ਕੀਤੀ ਤੇ ਉਹਨਾਂ ਦੇ ਨਾਲ 700 ਦੇ ਲਗਭਗ ਸਿੰਘ ਜਿਹੜੇ ਸਨ। ਹਰ ਰੋਜ਼ ਦਿੱਲੀ ਦੇ ਵਿੱਚ ਪਰਕੀਸ਼ਰ ਬਾਦਸ਼ਾਹ 100 ਸਿੰਘਾਂ ਨੂੰ ਸ਼ਹੀਦ ਕਰਦਾ ਸੀ। 700 ਦੇ ਕਰੀਬ ਉਦੋਂ ਸਿੰਘ ਸ਼ਹਾਦਤਾਂ ਪ੍ਰਵਾਨ ਕਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵਰਤਦੀ ਹੈ। ਉਹਨਾਂ ਤੋਂ ਪਹਿਲਾਂ ਉਹਨਾਂ ਦੇ ਬੱਚੇ ਅਜੈ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੁਖ ਦੇ ਵਿੱਚ ਪਾਇਆ ਜਾਂਦਾ ਹੈ। ਇਹ ਕੈਸੀ ਥਾਪੜਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਇੱਕ ਬੈਰਾਗੀ ਨੂੰ ਥਾਪੜਾ ਦੇ ਕੇ ਏਡਾ ਵੱਡਾ ਜਰਨੈਲ, ਏਡਾ ਵੱਡਾ ਕੌਮ ਦਾ ਜਥੇਦਾਰ, ਏਡਾ ਵੱਡਾ ਕੌਮ ਦਾ ਪਹਿਰੇਦਾਰ ਬਣਾ ਦੇਣਾ। ਜੰਗੂਰਾ ਨਾਲ ਮਾਸ ਨੋਚਿਆ ਗਿਆ, ਅੱਖਾਂ ਤੱਕ ਕੱਢ ਦਿੱਤੀਆਂ ਗਈਆਂ, ਬੱਚੇ ਦਾ ਕਲੇਜਾ ਮੁਖ ਵਿੱਚ ਪਾ ਦਿੱਤਾ। ਪਰ ਇਸ ਪੰਥ ਦੇ ਜਰਨੈਲ ਨੇ ਸੀ ਤੱਕ ਨਾ ਉਤਰੀ, ਸ਼ਹਾਦਤ ਦਾ ਜਾਮ ਪੀ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਗੁਰਮੁਖੋ,
18ਵੀਂ ਸਦੀ ਦੇ ਵਿੱਚ ਉਹਨਾਂ ਸ਼ਹਾਦਤਾਂ ਦੇ ਵਿੱਚ ਤੁਸੀਂ ਜਦੋਂ ਅਰਦਾਸ ਕਰਦੇ ਹੋ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਉਹ ਗੁਰਦੁਆਰਿਆਂ ਦੀ ਕੁਰਬਾਨੀਆਂ ਦਿੱਤੀਆਂ, ਸਿੱਖੀ ਸਿਦਕ ਆਪਣਾ ਉਹਨਾਂ ਨੇ ਨਿਭਾਇਆ। ਇਹ ਉਹਨਾਂ ਸ਼ਹਾਦਤ ਦੇਣ ਵਾਲਿਆਂ ਨੂੰ ਯਾਦ ਕੀਤਾ ਜਾਂਦਾ। ਕਿਸੇ ਦਾ ਬੰਦ ਭਾਈ ਮਨੀ ਸਿੰਘ ਵਰਗਿਆਂ ਦਾ ਕੱਟਿਆ ਗਿਆ, ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਗਈ। ਇਸੇ ਤਰ੍ਹਾਂ ਗਰਜਾ ਸਿੰਘ, ਬਾਬਾ ਬੋਤਾ ਸਿੰਘ ਵਰਗੇ ਸ਼ਹੀਦ ਹੋਏ, ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ, ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਗੁਰਮੁਖ ਵਿਦਵਾਨ ਗੁਰੂ ਘਰ ਦੇ ਦੀਵਾਨ ਸ਼ਹਾਦਤ ਪ੍ਰਾਪਤ ਕਰਦੇ ਨੇ। ਜਿਹੜੇ ਸਿੱਖੀ ਦਾ ਦਿਮਾਗ ਸਨ, ਭਾਈ ਗੁਰਦਾਸ ਤੋਂ ਬਾਅਦ ਭਾਈ ਮਨੀ ਸਿੰਘ ਵਰਗਾ ਵਿਦਵਾਨ ਸਿੱਖ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ ਕੋਈ ਲੱਭਦਾ ਨਹੀਂ। ਭਾਈ ਮਨੀ ਸਿੰਘ ਕੇਵਲ ਵਿਦਵਾਨ ਬੜੇ ਵੱਡੇ, ਫਿਰ ਗੁਰੂ ਘਰ ਦੇ ਦੀਵਾਨ ਦੀ ਪਦਵੀ ਤੇ ਸੁਭਾਏਮਾਨ ਰਹੇ। ਇਹਨਾਂ ਗੁਰਸਿੱਖਾਂ ਦੀਆਂ ਸ਼ਹਾਦਤਾਂ, ਭਾਈ ਸੁੱਖਾ ਸਿੰਘ ਦੀ ਸ਼ਹਾਦਤ, ਭਾਈ ਮਹਿਤਾਬ ਸਿੰਘ ਮੀਰਾ ਪੋਟੀਏ ਦੀ ਸ਼ਹਾਦਤ, ਗਰਜਾ ਸਿੰਘ ਬੋਤਾ ਸਿੰਘ ਦੀ ਸ਼ਹਾਦਤ, ਤਾਰਾ ਸਿੰਘ ਵਾਂ ਵਾਲਿਆਂ ਦੀ ਸ਼ਹਾਦਤ, ਇਹ 18ਵੀਂ ਸਦੀ ਦੇ ਦੌਰ ਦੇ ਵਿੱਚ ਕਿੰਨੇ ਸਿੱਖ ਨੇ ਜਿਨ੍ਹਾਂ ਦੀਆਂ ਸ਼ਹਾਦਤਾਂ ਨੂੰ ਅੱਜ ਅਸੀਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ। ਗੁਰਮੁਖੋ, ਉਸ ਤੋਂ ਉਪਰੰਤ ਸਮੇਂ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਜਲਿਆਂਵਾਲੇ ਬਾਗ ਨੂੰ ਸਾਹਮਣੇ ਲੈ ਆਓ, ਉੱਥੇ ਸ਼ਹਾਦਤਾਂ ਹੋਈਆਂ। ਗੰਗਸਰ ਜੈਤੋ ਦਾ ਮੋਰਚਾ ਲੱਗਾ, ਉਹਦੇ ਵਿੱਚ ਸ਼ਹਾਦਤਾਂ ਹੋਈਆਂ। ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਹਾਦਤਾਂ ਹੋਈਆਂ। ਤੇ ਫਿਰ ਆ ਜਿਹੜਾ ਵਰਤਮਾਨ ਦਾ ਕਾਲ ਚੱਲਿਆ 78 ਤੋਂ ਆਰੰਭ ਹੋ ਕੇ, ਇਹਦੇ ਵਿੱਚ ਕਿੰਨੇ ਘਰ ਉਜੜੇ ਨੇ, ਕਿੰਨੇ ਘਰ ਬਰਬਾਦ ਹੋਏ, ਕਿੰਨੇ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣੇ, ਕਿੰਨਿਆਂ ਨੂੰ ਘਰਾਂ ਵਿੱਚੋਂ ਕੱਢ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੇ ਵਿੱਚੋਂ ਹੀ ਇਹ ਖਾੜਕੂ ਲਹਿਰ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਸਨ, ਜਿਨ੍ਹਾਂ ਦਾ ਤੁਸੀਂ ਸ਼ਹੀਦੀ ਦਿਹਾੜਾ ਮਨਾ ਰਹੇ। ਇਹ ਸ਼ਹਾਦਤ ਦੀ ਪਰੰਪਰਾ ਜਿਹੜੀ ਹੈ, ਇਹ ਗੁਰਮੁਖੋ ਗੁਰੂ ਘਰ ਦੇ ਵਿੱਚੋਂ ਕਦੇ ਖਤਮ ਨਹੀਂ ਹੋਣੀ। ਇਹ ਸੱਚ ਧਰਮ ਦੀ ਲੜਾਈ ਹੈ। ਮੈਂ ਇੱਕ ਵਿਦਵਾਨ ਦਾ ਵਚਨ ਪੜ੍ਹਿਆ, ਉਹ ਕਹਿੰਦਾ ਗੁਰੂ ਘਰ ਦੇ ਵਿੱਚ ਨਾ ਜਿੰਨਾ ਚਿਰ ਦੇਗ ਤੇ ਤੇਗ ਦਾ ਪਹਿਰਾ ਵਰਤਦਾ ਹੈ ਨਾ, ਉਹਨਾਂ ਚਿਰ ਇਸ ਕੌਮ ਨੂੰ ਕੋਈ ਨਹੀਂ ਜੇ ਮਿਟਾ ਸਕਦਾ। ਜਿੰਨਾ ਚਿਰ ਲੰਗਰ ਚੱਲਦਾ ਪਿਆ ਤੇ ਖਾਲਸੇ ਦੀ ਤੇਗ ਵਹਿੰਦੀ ਪਈ ਹੈ, ਇਹ ਧਰਮ ਦੀ ਖਾਤਰ, ਸੱਚ ਧਰਮ ਦੀ ਖਾਤਰ ਗੁਰੂ ਕਾ ਸਿੱਖ ਹਰ ਵੇਲੇ ਸ਼ਹਾਦਤ ਦੇਣ ਦੇ ਵਾਸਤੇ ਤਿਆਰ ਰਹਿੰਦਾ। ਭਗਤੀ ਤੇ ਸ਼ਕਤੀ ਦਾ ਸਿਧਾਂਤ ਗੁਰੂ ਕਾਲ ਤੋਂ ਸਾਰੇ ਗੁਰਸਿੱਖਾਂ ਨੂੰ ਪ੍ਰਾਪਤ ਹੋਇਆ। ਸੋ ਮੈਂ ਬੇਨਤੀ ਕਰਾਂਗਾ, ਜਿੱਥੇ ਆਪਾਂ ਭਗਤੀ ਦੇ ਮਾਲਕ ਹਾਂ, ਉੱਥੇ ਆਪਾਂ ਸ਼ਕਤੀ ਦੇ ਮਾਲਕ ਬਣਨਾ। ਹੁਣ ਜਿਵੇਂ ਗੁਰਮੁਖਾਂ ਨੇ ਅਨਾਉਂਸ ਕੀਤਾ ਸੀ ਕਿ ਅਗਲੇ ਐਤਵਾਰ ਨੂੰ ਇਸ ਅਸਥਾਨ ਤੇ ਖੰਡੇ ਬਾਟੇ ਦੀ ਪੌਲ ਤਿਆਰ ਹੋਣੀ ਹੈ, ਅੰਮ੍ਰਿਤ ਛਕਾਇਆ ਜਾਣਾ। ਅਕਸਰ ਜਦੋਂ ਕਿਸੇ ਨੂੰ ਅੰਮ੍ਰਿਤ ਛਕਣ ਵਾਸਤੇ ਕਹਿ ਦਈਏ ਨਾ, ਮੈਂ ਕਹਿੰਦਾ ਬੜੇ ਹੈਰਾਨ ਹੋਈਦਾ। ਇੱਕ ਦੇ ਜਵਾਬ ਘੜਿਆ ਕਢਾਇਆ ਹੈ, ਸਾਡਾ ਤੇ ਜੀ ਮਨ ਬੜਾ ਸਾਫ਼ ਹੈ, ਅਸੀਂ ਨਾ ਕੁਝ ਖਾਣੇ ਆ ਨਾ ਕੁਝ ਪੀਣੇ, ਰੱਬ ਜਾਣੇ ਇਹਨਾਂ ਨੇ ਕਿਹੜੇ ਨਿਰਮੈ ਦੇ ਨਾਲ, ਕਿਹੜੇ ਸਾਬਣ ਨਾਲ ਆਪਣਾ ਮਨ ਧੋਲਿਆ ਕਿ ਇਹਨਾਂ ਦਾ ਮਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਸਾਫ਼ ਹੋ ਗਿਆ। ਉਹਨਾਂ ਨੂੰ ਤੇ ਅੰਮ੍ਰਿਤ ਛਕਣ ਦੀ ਲੋੜ ਪੈਂਦੀ ਹੈ, ਉਹਨਾਂ ਦਾ ਮਨ ਸਾਫ਼ ਨਹੀਂ ਸੀ। ਉਹ ਤੇ ਪੰਜਾਂ ਦੇ ਅੱਗੇ ਗੋਡਿਆਂ ਪਰਨੇ ਹੋ ਕੇ ਅੰਮ੍ਰਿਤ ਦੀ ਦਾਤ ਦੀ ਮੰਗ ਕਰਦੇ ਨੇ, ਤੇ ਪੰਜ ਜਦੋਂ ਛਕਾਉਂਦੇ ਨੇ, ਭਾਈ ਗੁਰਦਾਸ ਸਿੰਘ ਦੂਜੇ ਬਚਨ ਪੜ੍ਹਦੇ ਨੇ, ਮੈਂ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਕਿਸੇ ਬੁੱਢੇ ਨੂੰ ਪੁੱਛ ਲਓ, ਬਜ਼ੁਰਗ ਨੂੰ ਪੁੱਛ ਲਓ, ਬੁੱਢੀ ਮਾਈ ਨੂੰ ਪੁੱਛ ਲਓ, ਅੰਮ੍ਰਿਤ ਛਕ ਲਓ, ਹੁਣ ਤਾਂ ਜਾਣ ਦੀ ਤਿਆਰੀ ਹੈ। ਅੱਗੇ ਘਾਮ ਪਿੱਛੇ ਰੁੱਤ ਜੱਡ, ਦੇਖ ਚਲਤ ਮਨ ਡੋਲੇ। ਤੇ ਅੱਗੋਂ ਜਵਾਬ ਆਉਂਦਾ, ਭਾਈ ਸਾਹਿਬ ਸੋਚਾਂਗੇ, ਵਿਚਾਰਾਂਗੇ। ਕਈ ਤੇ ਕਹਿੰਦੇ ਜ਼ਿੰਮੇਵਾਰੀਆਂ ਬੜੀਆਂ ਨੇ। ਕੋਈ ਬੰਦਾ ਪੁੱਛੇ ਅੰਮ੍ਰਿਤ ਛਕ ਕੇ ਜ਼ਿੰਮੇਵਾਰੀਆਂ ਨਿਭਾਉਣੋਂ ਸਿੱਖ ਹਟ ਜਾਂਦਾ, ਕਹਿੰਦਾ ਜ਼ਿੰਮੇਵਾਰੀਆਂ ਬੜੀਆਂ ਨੇ। ਉਹ ਮਰਨ ਕਿਨਾਰੇ ਪਿਆ ਹੁੰਦਾ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਾਈ ਤਉ ਨਾ ਹਰ ਅਸਲੀਨ। ਮੈਂ ਹੈਰਾਨ ਹੁੰਦਾ, ਸਿਰ ਕੰਬ ਰਿਹਾ ਹੁੰਦਾ, ਲੱਤਾਂ ਡਗਮਗਾਉਂਦੀਆਂ ਖੁੰਦੀਆਂ ਨੇ, ਪੈਰ ਇੱਕ ਥਾਂ ਤੋਂ ਦੂਜੇ ਥਾਂ ਤੇ ਧਰਿਆ ਨਹੀਂ ਜਾਂਦਾ,
ਤੇ ਕਹਿੰਦਾ ਸੋਚਾਂਗੇ ਕਬਰਾਂ ਵਿੱਚ ਜਾਣ ਵਾਲਾ ਹੋ ਜਾਂਦਾ ਹੈ, ਪਰ ਅੰਮ੍ਰਿਤ ਛਕਣ ਵਾਸਤੇ ਤਿਆਰ ਨਹੀਂ ਹੁੰਦਾ। ਗੁਰਮੁਖੋ, ਇਹ ਅੰਮ੍ਰਿਤ ਦੀ ਦਾਤ ਇਲਾਹੀ ਹੈ। ਇਹ ਤੇ ਸਿੱਖ ਤੋਂ ਲੈ ਕੇ ਇਹ ਤੇ ਖਾਲਸੇ ਤੱਕ ਇਹ ਸਿੱਖ ਧਰਮ ਵਿੱਚ ਸਿੱਖ ਦੀ ਯਾਤਰਾ ਹੈ। ਇਹ ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਦੇ ਚੱਲੇ ਭਾਈ, ਵਿਛੜ ਚੋਟਾ ਖਾਵੇ। ਇਹ ਸਿੱਖ ਦੀ ਯਾਤਰਾ ਦਾ ਆਰੰਭ ਹੋਇਆ ਗੁਰੂ ਨਾਨਕ ਕਾਲ ਤੋਂ, ਤੇ ਇਸ ਸਿੱਖ ਨੇ ਖਾਲਸੇ ਦੀ ਪਦਵੀ ਨੂੰ ਪ੍ਰਾਪਤ ਕਰਕੇ ਇਹ ਸੰਪੂਰਨ ਖਾਲਸੇ ਦੇ ਰੂਪ ਦੇ ਵਿੱਚ, ਸੰਪੂਰਨ ਮਨੁੱਖ ਦੇ ਰੂਪ ਦੇ ਵਿੱਚ ਇਹਨੇ ਸੰਸਾਰ ਦੇ ਸਾਹਮਣੇ ਆਉਣਾ ਹੈ। ਇਹ ਗੁਰਮੁਖੋ ਗੱਲ ਯਾਦ ਰੱਖੋ, ਜਿਹੜੇ ਲੋਕ ਸਿੱਖੀ ਸੋਚ ਤੋਂ ਉਲਟ ਨੇ, ਜਿਹੜੇ ਗੁਰੂ ਵਿਚਾਰਧਾਰਾ ਤੋਂ ਉਲਟ ਨੇ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਅੰਮ੍ਰਿਤ ਛਕਿਆ ਨਾ, ਪਹਿਲੀ ਵਾਰ ਹੀ ਛਕਿਆ ਤੇ ਅਜੇ ਤੱਕ ਨਿਭਰਿਆ। ਫਿਰ ਬੇਨਤੀ ਕਰਾਂ, ਉਮਰ ਛੋਟੀ ਸੀ ਤੇ ਸਾਡੇ ਪਿੰਡ ਵਿੱਚ ਇੱਕ ਕਾਮਰੇਡੀ ਸੋਚ ਦਾ ਮਨੁੱਖ ਸੀ। ਮੇਰੇ ਨਾਲ ਮੇਰੇ ਚਾਚਾ ਜੀ ਦੇ ਬੇਟੇ ਸਨ, ਉਹ ਸਿਆਣੇ ਸਨ, ਪੜ੍ਹੇ ਲਿਖੇ ਸਨ, ਮੇਰੇ ਤੋਂ ਵੱਡੇ ਸਨ। ਉਹ ਕਹਿੰਦਾ ਬਸ ਇਹਦੀ ਮੱਤ ਖਤਮ ਹੋ ਗਈ, ਹੁਣ ਇਹਦੀ ਮੱਤ ਦਾ ਹੁਣ ਵਿਕਾਸ ਨਹੀਂ ਹੋਣਾ। ਉਹਨੇ ਜਵਾਬ ਬੜਾ ਵਧੀਆ ਦਿੱਤਾ ਸੀ ਕਿ ਹੁਣ ਮੱਤ ਖਤਮ ਨਹੀਂ ਹੋਈ, ਬਲਕਿ ਮੱਤ ਸ਼ਬਦ ਵਿੱਚ ਜੁੜ ਕੇ ਹੋਰ ਤੀਖਣ ਹੋ ਜਾਣੀ ਹੈ। ਇਸ ਲਈ ਗੁਰਮੁਖੋ, ਬਾਣੀ ਤੇ ਬਾਣੀ ਦੇ ਧਾਰਨੀ ਬਣੋ, ਸਿੱਖੀ ਸਿਦਕ ਨੂੰ ਕਮਾਓ। ਇਹ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੇ। ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਕੇ ਸਿੰਘ ਸੱਜੋ ਖਾਲਸੇ ਬਣੋ। ਸਤਿਗੁਰਾਂ ਦੀ ਤੁਹਾਡੇ ਤੇ ਖੁਸ਼ੀ ਹੋਵੇਗੀ, ਕਿਉਂਕਿ ਗੁਰਮੁਖੋ ਜਿਹੜਾ ਖਾਲਸਾ ਬਣ ਜਾਂਦਾ, ਮੈਂ ਕਹਿੰਦਾ ਜਿਹੜਾ ਖਾਲਸਾ ਸਹੀ ਅਰਥਾਂ ਵਿੱਚ ਖਾਲਸਾ ਬਣ ਜਾਂਦਾ, ਉਹ ਕਿਸੇ ਦੇ ਅੱਗੇ ਮੱਥੇ ਨਹੀਂ ਟੇਕਦਾ, ਉਹ ਕਿਸੇ ਅੱਗੇ ਝੁਕਦਾ ਨਹੀਂ, ਉਹ ਕਿਸੇ ਦੇ ਪੈਰਾਂ ਵਿੱਚ ਨਹੀਂ ਟਿਕਦਾ, ਉਹ ਕਿਸੇ ਦੀ ਗੁਲਾਮੀ ਨਹੀਂ ਕਰਦਾ, ਭਾਵੇਂ ਕੋਈ ਜਿੰਨੀ ਮਰਜ਼ੀ ਸਿਆਸੀ ਪਦਵੀ ਤੇ ਹੋਵੇ। ਉਹ ਖਾਲਸਾ ਹੋਵੇ ਖੁਦ ਖੁਦਾ, ਜਿਨ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ। ਇਹ ਬਿਨ ਸੱਚੇ ਪਾਤਸ਼ਾਹ ਭਾਈ ਰਤਨ ਸਿੰਘ ਭੰਗੂ ਕਹਿੰਦੇ ਖਾਲਸਾ ਖੁਦਾ ਦਾ ਰੂਪ ਹੈ, ਇਹਦੇ ਵਿੱਚ ਖੁਦਾ ਵਾਲੀਆਂ ਖੂਬੀਆਂ ਨੇ, ਇਹ ਹੋਰ ਕਿਸੇ ਦੀ ਈਨ ਨਹੀਂ ਮੰਨਦਾ। ਇਹ ਸੱਚੇ ਪਾਤਸ਼ਾਹ ਦੀ ਅਧੀਨਗੀ ਵਿੱਚ ਚੱਲਦਾ ਹੈ ਤੇ ਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਹੈ। ਸੋ ਇਹ ਹੈ ਤੁਹਾਡਾ ਸਿਧਾਂਤ ਭਗਤੀ ਤੇ ਸ਼ਕਤੀ ਦਾ। ਜਿੰਨੀ ਕੋ ਸਤਿਗੁਰਾਂ ਨੇ ਮਤ ਬੁੱਧ ਬਖਸ਼ਿਸ਼ ਕੀਤੀ, ਮੈਂ ਤੁਹਾਡੇ ਨਾਲ ਸਾਂਝ ਪਾਈ ਹੈ। ਭੁੱਲਾਂ ਦੀ ਖਿਮਾ